ਗੁਰ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ ਗੁਰ ਰਾਮਦਾਸ ਗੁਣ ਗਾਵੋ ਗੁਰ ਅਰਜੁਨਾ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਗੁਰ ਹਰਿ ਗੋਬਿੰਦ ਸੋਭ ਸੋ ਮਾਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਇ ਬਹਾਰੀ ਗੁਰ ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲ ਗੁਰ ਗੋਬਿੰਦ ਸਿੰਘ ਬਿਸਾਲਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਇ। ਪਰਮ ਸਨਮਾਨਯੋਗ ਹਾਜ਼ਰਾ ਹਜੂਰ ਜਾਹਰਾ ਜਹੂਰ ਵਾਲੀ ਕੁਲ ਆਲਮ ਪਤਤ ਪਾਵਨ ਭਗਤ ਵਛਲ ਰਾਜਾਨ ਰਾਜ ਭਾਨਾਨ ਭਾਨੋ ਦੇਵਾਨ ਦੇਵ ਉਪਮਾ ਮਹਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਉਹਨਾਂ ਦੀ ਪਾਕ ਮੁਕੱਦਸ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਜੀ, ਵਡਭਾਗੇ ਹਾਂ ਜੋ ਸੰਧਿਆ ਦੇ ਦੀਵਾਨਾਂ ਦੇ ਸਮੇਂ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ, ਜਿਨ੍ਹਾਂ ਦੇ ਪਾਕ ਮੁਕੱਦਸ ਅਸਥਾਨ ਗੁਰਦੁਆਰਾ ਸ੍ਰੀ ਕੋਠਾ ਸਾਹਿਬ ਵਿਖੇ ਜੁੜ ਬੈਠੇ ਹਾਂ। ਜੋ ਪਰਮਾਤਮਾ ਨੇ ਕਿਰਪਾ ਕੀਤੀ ਹੈ, ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਦੀਆਂ ਜੋ ਕੀਤੀਆਂ ਹੋਈਆਂ 4 ਉਦਾਸੀਆਂ ਨੇ, ਉਹਨਾਂ ਦਾ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ। ਜੋ ਚੱਲ ਰਹੇ ਇਤਿਹਾਸ ਦੇ ਪ੍ਰਸੰਗ ਦੇ ਅਨੁਸਾਰ ਕੱਲ ਦੇ ਪ੍ਰਸੰਗ ਦੇ ਵਿੱਚ ਸਾਧ ਸੰਗਤ ਜੀ ਆਪਾਂ ਸਰਵਣ ਕੀਤਾ ਸੀ ਕਿ ਸੰਤਾਂ ਦੇ ਵੱਲੋਂ
ਇਸ ਸੰਸਾਰ ਦੀ ਉਤਪਤੀ ਬਾਰੇ ਕੁਝ ਪ੍ਰਸ਼ਨ ਕੀਤੇ ਗਏ ਸਨ। ਉਸ ਪਰਮਾਤਮਾ ਦੀ ਹਸਤੀ ਨੂੰ ਜਾਣਨ ਬਾਰੇ ਕੁਝ ਪ੍ਰਸ਼ਨ ਕੀਤੇ ਗਏ ਸਨ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਮੇਂ-ਸਮੇਂ ਅਨੁਸਾਰ ਉਹਨਾਂ ਸੰਤਾਂ ਦਾ ਜਿਹੜੇ ਕੀਤੇ ਹੋਏ ਪ੍ਰਸ਼ਨਾਂ ਦਾ ਸਾਧ ਸੰਗਤ ਜੀ ਸ਼ੰਕਾ ਨਿਵਰਤ ਕਰਨ ਲਈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕੱਲ ਆਪਾਂ ਸਰਵਣ ਕੀਤਾ ਹੈ ਕਿ 4 ਵਾਰੀ ਆਪਣੇ ਮੁਖ ਤੋਂ ਅਜਿਹੇ ਬਚਨ ਉਚਾਰੇ ਨੇ ਕਿ ਸੁਣਦਿਆਂ ਸਾਰ ਹੀ ਉਹਨਾਂ ਸੰਤਾਂ ਦੀ ਤ੍ਰਿਪਤੀ ਹੋਈ ਹੈ। ਤੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਹੈ, ਉਹ ਸਾਰੇ ਸੰਤ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਉਸ ਹਰੀ ਪਰਮਾਤਮਾ ਦਾ ਰੂਪ ਮੰਨ ਕੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਿੱਖ ਬਣ ਗਏ ਨੇ। ਤੇ ਇੱਕ ਧਰਮਸ਼ਾਲਾ ਬਣਵਾਈ ਹੈ ਜਿਹਦੇ ਵਿੱਚ ਬੈਠ ਕੇ ਪਰਮਾਤਮਾ ਦਾ ਨਾਮ ਜਪਦੇ ਨੇ। ਕੱਲ ਸਾਧ ਸੰਗਤ ਜੀ ਇੱਥੋਂ ਤੱਕ ਆਪਾਂ ਸਰਵਣ ਕੀਤਾ ਸੀ। ਅੱਗੇ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਏਮਨਾਬਾਦ ਵਿੱਚ ਪਹੁੰਚੇ ਨੇ, ਜਿੱਥੇ ਸਾਧ ਸੰਗਤ ਜੀ ਬਾਬਰ ਦਾ ਬੋਲ ਬਾਲਾ ਹੈ। ਆਓ ਸੁਰਤੀਆਂ ਬਿਰਤੀਆਂ ਨੂੰ ਕਰੀਏ ਏਕਾਗਰ ਚਿਤ, ਰਸਨਾ ਨੂੰ ਕਰੀਏ ਪਵਿੱਤਰ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਝੁਕਾਈਏ ਸੀਸ, ਨਿਮਰਤਾ ਦੇ ਘਰ ਦੇ ਵਿੱਚ ਆਈਏ, ਬੁਲਾਈਏ ਫਤਿਹ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੌਪਈ ਸ੍ਰੀ ਅੰਗਦ ਸੁਣੀਏ ਇਤਿਹਾਸਾ, ਵਹਿਰ ਨਗਰ ਬੈਠੇ ਸੁਖ ਰਾਸਾ, ਪੁੱਤੋ ਪਠਾਨ ਤਹਾਂ ਕੋ ਰਾਜਾ, ਕਰ ਕਰ ਬਹਰ ਬਜਾਵਹਿ ਬਾਜਾ। श्री अंगद सुनिए इतिहासा, वहर नगर बैठे सुख रासा। भाई बाला जी गुरु नानक देव जी महाराज जी का इतिहास अपनी रसना तो गुरु अंगद देव जी महाराज जी नूं सुना रहे ने, क्योंकि जिथे भी गुरु नानक देव जी महाराज गए ने उन्हां दे नाल उन्हां दा साथी भाई मरदाना जरूर हुंदा सी। हुण जिहड़ी भी साखी कवि जी लिखते ने वो सब तो पहला भाई बाला जी गुरु अंगद देव जी महाराज जी नूं सुनाउणी करदे ने। हुण इसे तरह भाई बाला जी गुरु नानक देव जी महाराज जी नूं इह साखी सुना रहे ने कि सुखां दे जिहड़े घर बेदी कुल दे दीपक धन गुरु नानक देव जी महाराज एक बाहर अस्थान बनया होया है, उस अस्थान ते जा करके बैठ गए हन। पुतो पठान तहां को राजा, कर कर बहर बजावह बाजा। जिहड़े नगर दे विच गुरु नानक देव जी महाराज जा करके बैठे ने, उथों दा साध संगत जी एक पठान जिहड़ा राजा सी ते ओहदे घर दे विच की सी, विआह दा जिहड़ा माहौल सी, विआह दे माहौल कारण उस पठान दे घर दे विच बहुत सारे खुशियां दे जिहड़े कारज ने वो चल रहे सन ते आनंद दा जिहड़ा बोल बाला सी। आदक विआह तिस दिन पुर माही, करत कुलाहण उरहर खाई। ते जदों राजे दे घर दे विच विआह दा समा सी ना, उन्हां दिनां दे विच उस नगर दे विच बहुत सारे विआह साध संगत जी रखे होए सन, जिन्हां दे कारण नगर दे लोग बहुत खुश सन, भाव कि आनंद दे विच झूम रहे सन। गावहि नाचह माचह रंगा, अत उत सब में रहे उमंगा। मौज मस्तियां मार रहे सन,
ਆਪਸ ਦੇ ਵਿੱਚ ਵਿਚਾਰਾਂ ਕਰਕੇ ਨੱਚ ਰਹੇ ਸਨ ਤੇ ਮਨ ਦੇ ਵਿੱਚ ਸਾਧ ਸੰਗਤ ਜੀ ਇਸ ਤਰ੍ਹਾਂ ਦੀ ਉਮੰਗ ਸੀ। ਮੰਨ ਲਓ ਕਿ ਜਿਵੇਂ ਇੱਕ ਬਾਬੀਹਾ ਹੈ, ਉਹਨੂੰ ਸ਼ਾਂਤੀ ਪੂਰਨ ਦੀ ਜਿਹੜੀ ਪ੍ਰਾਪਤੀ ਹੋ ਜਾਵੇ ਤੇ ਉਹ ਤ੍ਰਿਪਤ ਹੋ ਜਾਂਦਾ ਹੈ ਨਾ, ਇਸ ਤਰ੍ਹਾਂ ਦੀ ਹਾਲਤ ਉਹਨਾਂ ਨਗਰ ਦੇ ਲੋਕਾਂ ਦੀ ਬਣੀ ਹੋਈ ਹੈ ਜਿੱਥੇ ਸਾਧ ਸੰਗਤ ਜੀ ਵਿਆਹ ਵਾਲਾ ਮਾਹੌਲ ਹੈ। ਭੂਖਣ ਵਸਤਰ ਨਵੀਨ ਪਹਿਰ ਹੈ, ਬਨੇ ਸ਼ੈਲ ਬੋ ਗਰਭ ਗਹਿਰ ਕੈ। ਤੇ ਬਹੁਤ ਸਾਰੇ ਖੁਸ਼ੀਆਂ ਮਾਰ ਰਹੇ ਨੇ ਤੇ ਤਨ ਤੇ ਸੁੰਦਰ ਵਸਤਰ ਪਹਿਰੇ ਹੋਏ ਨੇ ਤੇ ਮਨ ਦੇ ਵਿੱਚ ਬਹੁਤ ਜ਼ਿਆਦਾ ਹੰਕਾਰ ਹੈ ਕਿ ਅਸੀਂ ਤਾਂ ਬਹੁਤ ਸ਼ੈਲ ਛਬੀਲੇ ਲੱਗ ਰਹੇ ਹਾਂ, ਸਾਡੇ ਵਰਗਾ ਹੁਣ ਇਸ ਸਮੇਂ ਕੋਈ ਵੀ ਨਹੀਂ। ਅਵਲੋਕਤ ਹੈ ਰੰਗ ਤਮਾਸ਼ੇ, ਅਨਕ ਪ੍ਰਕਾਰਨ ਠਾਨਹਿ ਹਾਸੀ। ਤੇ ਸਾਧ ਸੰਗਤ ਜੀ ਜਿਹੜਾ ਵਿਆਹਾਂ ਦਾ ਸਮਾਗਮ ਹੈ ਉਹਨਾਂ ਦੇ ਵਿੱਚ ਸ਼ਮੂਲੀਅਤ ਕਰਕੇ ਅਨੇਕਾਂ ਤਰ੍ਹਾਂ ਦੇ ਰੰਗ ਤਮਾਸ਼ੇ ਦੇਖ ਰਹੇ ਹਨ ਤੇ ਉਹਨਾਂ ਵਿਆਹਾਂ ਦੇ ਸਮਾਗਮਾਂ ਦੇ ਵਿੱਚ ਬਹੁਤ ਸਾਰਾ ਇੱਕ ਦੂਜੇ ਦੇ ਨਾਲ ਕੀ ਹੈ ਮਖੌਲ ਕਰ ਰਹੇ ਹਨ। ਗਰੀਨ ਬਿਖੈ ਕੁਦਾਏ ਤਰੰਗਾ, ਬੈਠੇ ਮੂਸ਼ ਬਾਮ ਸਰਬੰਗਾ। ਤੇ ਸਾਰੇ ਗਲੀਆਂ ਦੇ ਵਿੱਚ ਆਪਣੀਆਂ ਘੋੜੀਆਂ ਨੂੰ ਨਚਾ ਰਹੇ ਨੇ ਤੇ ਨਾਲ ਹੀ ਕੀ ਹੈ ਆਪਣੀਆਂ ਜਿਹੜੀਆਂ ਮੁੱਛਾਂ ਨੇ, ਕਵੀ ਜੀ ਲਿਖਦੇ ਨੇ ਉਹਨਾਂ ਨੂੰ ਕੁੰਡੀਆਂ ਕਰਕੇ ਤੇ ਉਸ ਨਗਰ ਦੇ ਵਿੱਚ ਬੈਠੇ ਹੋਏ ਹਨ। ਸ਼੍ਰੀ ਕਰਤਾਰ ਦਿਸ਼ਾ ਤੇ ਭੂਲੇ, ਵਿਸ਼ੈ ਵਿਕਾਰਨ ਨੈ ਅਨਕੂਲੇ। ਤੇ ਹੰਕਾਰ ਦੇ ਵਿੱਚ ਵਸ ਹੋ ਕੇ ਉਸ ਪਰਮਾਤਮਾ ਨੂੰ ਭੁੱਲ ਕੇ ਸਾਰੇ ਬੈਠੇ ਹੋਏ ਨੇ ਤੇ ਉਹਨਾਂ ਦਾ ਮਨ ਜਿਹੜਾ ਉਹ ਵਿਸ਼ੇ ਵਿਕਾਰਾਂ ਦੇ ਵਿੱਚ ਖਚਿਤ ਹੋਇਆ। ਸੰਤ ਅਤਿਥ ਕੀ ਸੇਵਨ ਜਾਣੈ, ਦੇਖ ਫਕੀਰਨ ਹਾਸੀ ਠਾਨੈ। ਹੁਣ ਉਹਨਾਂ ਲੋਕਾਂ ਦਾ ਮਨ ਵਿਸ਼ੇ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਸੀ। ਵਿਸ਼ਿਆ ਵਿਕਾਰਾਂ ਦੇ ਵਿੱਚ ਖਚਿਤ ਹੋਣ ਦੇ ਕਾਰਨ ਕੀ ਹੈ? ਸਾਧ ਸੰਗਤ ਜੀ ਸੰਤਾਂ ਦੀ ਮਹਿਮਾ ਦਾ ਉਹਨਾਂ ਨੂੰ ਪਤਾ ਨਹੀਂ, ਸੰਤਾਂ ਦੇ ਬਾਰੇ ਨਹੀਂ ਸਨ ਜਾਣਦੇ। ਉਲਟਾ ਕੀ ਹੈ, ਜੇਕਰ ਕੋਈ ਫਕੀਰ ਉਹਨਾਂ ਦੇ ਇਲਾਕੇ ਦੇ ਵਿੱਚ ਆ ਵੀ ਜਾਂਦਾ ਸੀ, ਜੇਕਰ ਕੋਈ ਫਕੀਰ ਉਹਨਾਂ ਦੇ ਇਲਾਕੇ ਦੇ ਵਿੱਚ ਆ ਕੇ ਕੋਈ ਟਿਕਾਣਾ ਕਰਦਾ ਸੀ, ਉਲਟਾ ਉਸ ਦੀ ਸੇਵਾ ਕਰਨ ਦੀ ਬਜਾਏ ਉਹਦਾ ਮਖੌਲ ਉਡਾਉਂਦੇ ਸਨ। ਪ੍ਰਭਤਾ ਮਦ ਤੇ ਭਏ ਸੇ ਅੰਦੇ, ਪਰੇ ਗਰਤ ਜਗ ਬੰਧਨ ਬੰਦੇ। ਤੇ ਹਕੂਮਤ ਦਾ ਸਾਧ ਸੰਗਤ ਜੀ ਇੰਨਾ ਮਾਣ ਸੀ ਕਿ ਉਸ ਹਕੂਮਤ ਦੇ ਮਾਣ ਕਾਰਨ ਕੀ ਹੈ, ਵਿਸ਼ੇ ਵਿਕਾਰਾਂ ਦੇ ਵਿੱਚ ਡਿੱਗ ਚੁੱਕੇ ਨੇ ਤੇ ਵਿਕਾਰਾਂ ਦੇ ਪਾਪ ਕਾਰਨ ਕੀ ਹੈ, ਅੰਨੇ ਹੋਏ ਫਿਰਦੇ ਨੇ। ਭਾਵ ਕਿ ਉਹਨਾਂ ਨੂੰ ਪਰਮਾਤਮਾ ਦੇ ਨਾਮ ਦੀ ਸਾਰ ਨਹੀਂ ਤੇ ਮਾਇਆ ਦੇ ਰੰਗਾਂ ਦੇ ਵਿੱਚ ਮਸਤ ਹੋਏ ਨੇ। ਪਰ ਸਾਧ ਸੰਗਤ ਜੀ ਜਿਹੜਾ ਪਰਮਾਤਮਾ ਦਾ ਨਾਮ ਹੈ ਉਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਜਿੱਥੇ ਮਾਤਾ ਪਿਤਾ ਵੀ ਸਹਾਈ ਨਹੀਂ ਹੁੰਦੇ, ਜਿੱਥੇ ਕੋਈ ਧਨ ਦੌਲਤ ਵੀ ਨਾਲ ਸਹਾਈ ਨਹੀਂ ਹੁੰਦੀ, ਕੋਈ ਦੁਨੀਆ ਦੀਆਂ ਸ਼ੌਹਰਤਾਂ ਵੀ ਸਹਾਈ ਨਹੀਂ ਹੁੰਦੀਆਂ, ਉੱਥੇ ਕੇਵਲ ਤੇ ਕੇਵਲ ਪਰਮਾਤਮਾ ਦਾ ਨਾਮ ਸਹਾਈ ਹੁੰਦਾ ਹੈ। ਤੇ ਜਿਹੜੀ ਮਾਇਆ ਦਾ ਸਾਧ ਸੰਗਤ ਜੀ ਆਪਾਂ ਮਾਣ ਕਰਦੇ ਆ ਨਾ, ਜਿਹੜੀ ਮਾਇਆ ਦੇ ਕਾਰਨ ਆਪਾਂ ਭੱਜੇ ਫਿਰਦੇ ਆ, ਸਹਿਸ ਖਟੇ ਲੱਖ ਕਾ ਉੜਤਾਵੇ ਵਾਲੀ ਜਿਹੜੀ ਸਾਡੀ ਅਵਸਥਾ ਬਣੀ ਹੋਈ ਹੈ ਨਾ, ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਮਾਇਆ ਕਾ ਰੰਗ ਅਤ ਫਿੱਕਾ, ਜਾਤੋ ਬਿਨ ਸਨਿਧਾਨ। ਸਾਧ ਸੰਗਤ ਜੀ ਮਾਇਆ ਹੈ ਨਾ ਜਿਹੜੀ ਕੁਝ ਸਮੇਂ ਲਈ ਹੈ, ਇਹਦੇ ਸੁੱਖ ਵੀ ਕੁਝ ਸਮੇਂ ਲਈ ਹੈ, ਪਰ ਇਹ ਸਦਾ ਨਾਲ ਜਾਣ ਵਾਲੀ ਨਹੀਂ। ਨਾਲ ਜਾਣ ਵਾਲਾ ਕੇਵਲ ਤੇ ਕੇਵਲ ਨਿਭਣ ਵਾਲਾ ਕੀ ਹੈ? ਪਰਮਾਤਮਾ ਦਾ ਨਾਮ। ਤੇ ਜਿਹਦੇ ਤੋਂ ਇਹ ਜਿਹੜੇ ਲੋਕ ਨੇ ਉਹ ਟੁੱਟੇ ਹੋਏ ਨੇ ਤੇ ਹਕੂਮਤ ਦਾ ਨਸ਼ਾ ਇਹਨਾਂ ਦੇ ਮਨ ਦੇ ਵਿੱਚ ਪ੍ਰਬਲ ਹੈ।
देखै दुखी दया न करही, महामंद मत परत्य हरही। ਤੇ ਕਦੀ ਵੀ ਕਿਸੇ ਦੁਖੀ ਨੂੰ ਦੇਖ ਕੇ ਇਹਨਾਂ ਨੇ ਦਇਆ ਨਹੀਂ ਸੀ ਕੀਤੀ, ਉਲਟਾ ਉਹਦੇ ਵੱਲ ਵੇਖ ਕੇ ਮਜ਼ਾਕ ਕਰਦੇ ਸਨ। ਤੇ ਇਹਨਾਂ ਦੇ ਮਨ ਦੇ ਵਿੱਚ ਵਿਸ਼ੇ ਵਿਕਾਰਾਂ ਦੀ ਮੈਲ ਇੰਨੀ ਭਾਰੂ ਸੀ ਕਿ ਕਦੀ ਵੀ ਕਿਸੇ ਇਸਤਰੀ ਦਾ ਇਹਨਾਂ ਨੇ ਮਾਣ ਨਹੀਂ ਕਰਨਾ ਕੀਤਾ। ਪੀਅਤ ਸ਼ਰਾਬ ਘੂਮਤੇ ਫਿਰਹੀ, ਸ਼ਾਸਨ ਦੇ ਗਰੀਬਨ ਤਰਈ। ਤੇ ਸ਼ਰਾਬਾਂ ਦੇ ਨਸ਼ੇ ਦੇ ਵਿੱਚ ਸਾਧ ਸੰਗਤ ਜੀ ਘੁੰਮਦੇ ਫਿਰਦੇ ਨੇ। ਇਹ ਪਠਾਨ ਸ਼ਰਾਬਾਂ ਦੇ ਨਸ਼ੇ ਦੇ ਕਾਰਨ ਗਰੀਬਾਂ ਦੇ ਉੱਪਰ ਦਇਆ ਨਹੀਂ ਕਰਦੇ, ਉਲਟਾ ਗਰੀਬਾਂ ਦਾ ਜਿਹੜਾ ਕਮਾਇਆ ਹੋਇਆ ਧਨ ਹੈ ਨਾ, ਉਹਨੂੰ ਲੁੱਟ ਕੇ ਤੇ ਸਾਧ ਸੰਗਤ ਜੀ ਸ਼ੌਹਰਤ ਮਾਣਦੇ ਨੇ ਉਸ ਧਨ ਦੇ ਨਾਲ। ਜਹਾਂ ਅੰਗਣਾ ਸੁੰਦਰ ਹੈ ਰਹੇ, ਬਾਰ ਬਾਰ ਬਾਜੇ ਬਾਰ ਫੇਰ। ਤੇ ਜਿੱਥੇ ਵੀ ਕੋਈ ਇਹਨਾਂ ਨੂੰ ਇਸਤਰੀ ਦਿਖਦੀ ਸੀ, ਇਹਨਾਂ ਪਠਾਣਾ ਨੂੰ, ਤੇ ਸਾਧ ਸੰਗਤ ਜੀ ਜਿੰਨਾ ਚਿਰ ਸਾਡੇ ਮਨ ਦੇ ਵਿੱਚ ਉਸ ਪਰਮਾਤਮਾ ਦੀ ਮਤ ਨਹੀਂ, ਜਿੰਨਾ ਚਿਰ ਅਸੀਂ ਗੁਰਮਤਿ ਦੀ ਜਿਹੜੀ ਰਹਿਣੀ ਉਹਨੂੰ ਮਨ ਦੇ ਵਿੱਚ ਨਹੀਂ ਧਾਰਦੇ, ਜਿਤਨਾ ਸਮਾਂ ਪਰਮਾਤਮਾ ਦਾ ਨਾਮ ਸਾਡੇ ਮਨ ਦੇ ਵਿੱਚ ਨਹੀਂ ਵਸਦਾ, ਉਹਨਾਂ ਚਿਰ ਸਾਡੀ ਜਿਹੜੀ ਹਾਲਤ ਉਹ ਮਨ ਮੁੱਖਾਂ ਵਾਲੀ ਹੈ, ਜਿੰਨੇ ਮਰਜ਼ੀ ਯਤਨ ਕਰ ਲਈ। ਤੇ ਗੁਰਬਾਣੀ ਕਹਿੰਦੀ ਹੈ, ਜਿਨ ਹਰ ਹਿਰਦਾ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ। ਕਹਿੰਦੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ, ਐਸੇ ਮਨੁੱਖਾਂ ਦੇ ਜਨਮ ਲੈਣ ਨਾਲੋਂ ਚੰਗਾ ਕਿ ਉਸ ਮਾਤਾ ਦਾ ਬਾਂਝ ਰਹਿਣਾ ਸਹੀ। ਤੇ ਸਾਧ ਸੰਗਤ ਜੀ ਜੇਕਰ ਆਪਾਂ ਪਰਮਾਤਮਾ ਦੇ ਨਾਮ ਨੂੰ ਹਿਰਦੇ ਦੇ ਵਿੱਚ ਨਹੀਂ ਵਸਾਉਂਦੇ, ਤੇ ਆਪਣੀ ਮਤ ਵੀ ਸਾਧ ਸੰਗਤ ਜੀ ਮਨਮੁਖਾਂ ਵਾਲੀ ਬਣੀ ਹੋਈ। ਹੁਣ ਇਸੇ ਤਰ੍ਹਾਂ ਕੀ ਹੈ, ਉਹ ਜਿਹੜੇ ਪਠਾਨ ਨੇ ਵਿਸ਼ੇ ਵਿਕਾਰਾਂ ਦੇ ਵਿੱਚ ਖਚਿਤ ਨੇ, ਪਰਮਾਤਮਾ ਦੀ ਹਸਤੀ ਬਾਰੇ ਕੋਈ ਗਿਆਨ ਨਹੀਂ, ਪਰਮਾਤਮਾ ਦੇ ਬਾਰੇ ਕੋਈ ਪਤਾ ਨਹੀਂ, ਪਰਮਾਤਮਾ ਦਾ ਨਿਜ ਸਰੂਪ ਨਹੀਂ ਜਾਣਦੇ, ਕੇਵਲ ਤੇ ਕੇਵਲ ਆਪਣੀ ਹਕੂਮਤ ਦੇ ਮਾਣ ਵਿੱਚ ਫਸੇ ਹੋਏ। ਜਿੱਥੇ ਵੀ ਇਸਤਰੀਆਂ ਉਹਨਾਂ ਨੂੰ ਦਿਸਦੀਆਂ ਨੇ, ਸਾਧ ਸੰਗਤ ਜੀ ਬਾਰ-ਬਾਰ ਆਪਣੇ ਘੋੜਿਆਂ ਦੇ ਉੱਪਰ ਚੱਕਰ ਲਗਾਉਂਦੇ ਹਨ। ਬੈਠੇ ਰਹੇ ਵਹਰ ਜਗ ਸਾਈ, ਸੇਵਾ ਕਰੀ ਨ ਕਿਨਹੂ ਆਈ। ਤੇ ਧਨ ਦੌਲਤ ਦਾ ਇੰਨਾ ਮਾਣ, ਧਨ ਦੌਲਤ ਦਾ ਇੰਨਾ ਹੰਕਾਰ, ਹਕੂਮਤ ਦਾ ਇੰਨਾ ਨਸ਼ਾ ਕਿ ਕਰ ਕੀ ਰਹੇ ਨੇ ਕਿ ਜਗਤ ਦੇ ਮਾਲਕ ਉਹਨਾਂ ਦੇ ਨਗਰ ਦੇ ਵਿੱਚ ਆ ਕਰਕੇ ਬੈਠੇ ਹੋਏ ਨੇ। ਪਰ ਸਾਧ ਸੰਗਤ ਜੀ ਕੀ ਹੈ, ਇੰਨੇ ਮਸਤ ਨੇ ਉਸ ਸ਼ੌਹਰਤ ਦੇ ਵਿੱਚ, ਉਹਨਾਂ ਨੂੰ ਉਸ ਸੰਤ ਦਾ ਕੋਈ ਪਤਾ ਨਹੀਂ। ਤੇ ਕਿਸੇ ਨੇ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਸ ਆ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸੇਵਾ ਨਾ ਕੀਤੀ। ਉਤੇ ਫਕੀਰ ਸੰਗ ਤੇ ਥਾਏ, ਭਏ ਸ਼ੁਦਾ ਤੁਰ ਮੁਖ ਕੁਮਲਾਏ। ਤੇ ਜਿਹੜੇ ਵੀ ਸੰਤ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਉਸ ਸਮੇਂ ਬੈਠੇ ਨੇ, ਤੇ ਜਦੋਂ ਕਿਸੇ ਨੇ ਸਾਧ ਸੰਗਤ ਦੀ ਸੇਵਾ ਨਹੀਂ ਨਾ ਕੀਤੀ ਉਹਨਾਂ ਸੰਤਾਂ ਦੀ ਜਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ, ਤੇ ਅਜਿਹੀ ਕਰਨੀ ਨੂੰ ਦੇਖ ਕੇ ਉਹਨਾਂ ਪਠਾਣਾ ਦੀ ਜਿਹੜੀ ਕੀਤੀ ਹੋਈ ਕਰਤੂਤ ਹੈ, ਸਾਧ ਸੰਗਤ ਜੀ ਉਹ ਸੰਤ ਇਸ ਕਰਤੂਤ ਨੂੰ ਦੇਖ ਕੇ ਤੇ ਜਿਹੜੇ ਉਹਨਾਂ ਦੇ ਚਿਹਰੇ ਨੇ ਉਹ ਕੁਮਲਾ ਗਏ ਹਨ। ਸਗਰੋ ਦਿਵਸ ਬਤੀਤਾ ਜਬ ਹੀ, ਭਈ ਨਿਸਾ ਬੋਲੇ ਪ੍ਰਭ ਤਬ ਹੀ। ਹੁਣ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਅਸਥਾਨ ਤੇ ਜਾ ਕਰਕੇ ਬੈਠੇ ਨੇ, ਤੇ ਜਦੋਂ ਸਾਧ ਸੰਗਤ ਜੀ ਇੱਕ ਰਾਤ ਦਾ ਸਮਾਂ ਬੀਤਿਆ ਏ, ਤੇ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੇ ਸੰਤ ਉਹਨਾਂ ਦੇ ਨਾਲ ਬੈਠੇ ਹੋਏ ਨੇ ਨਾ, ਉਹਨਾਂ ਵੱਲ ਵੇਖ ਕੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣਾ ਜਿਹੜਾ ਸ਼ਬਦ ਉਹ ਬੋਲਣਾ ਕੀਤਾ ਹੈ। ਏ ਸੰਤੋ ਦਵਾ ਉਠ ਕਰ ਜਾਵੋ, ਪੁਰ ਤੇ ਜਾਚ ਅਸਨ ਕੋ ਖਾਵੋ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ ਕਿ ਹੇ ਸੰਤੋ ਉੱਠ ਕੇ ਜਾਵੋ,
ਕਰਨਾ ਕੀ ਹੈ? ਕੇਵਲ ਤੇ ਕੇਵਲ ਨਗਰ ਦੇ ਵਿੱਚ ਜਾ ਕਰਕੇ ਆਪਣੀ ਤ੍ਰਿਪਤੀ ਲਈ ਤੁਸੀਂ ਕੀ ਹੈ? ਭੋਜਨ ਮੰਗ ਕੇ ਲਿਆਉਣਾ ਹੈ। ਜੇ ਬੈਠਿਓ ਦੇਵ ਕੋ ਨਾਹੀ, ਕਰ ਮੈਂ ਜਾਏ ਜਾਚ ਕਿਨ ਖਾਈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਜੇਕਰ ਕੋਈ ਭੋਜਨ ਨਾ ਦੇਵੇ, ਜੇ ਤੁਹਾਡੀ ਇੱਛਾ ਦੇ ਅਨੁਸਾਰ ਜੇਕਰ ਤੁਸੀਂ ਮੰਗਣ ਜਾਵੋ, ਕੋਈ ਤੁਹਾਨੂੰ ਭੀਖਿਆ ਨਾ ਪਾਵੇ, ਤਾਂ ਕੀ ਕਰਨਾ ਹੈ? ਕਿਸੇ ਦੇ ਘਰ ਦੇ ਵਿੱਚ ਜਾ ਕਰਕੇ ਤੇ ਤੁਸੀਂ ਭੋਜਨ ਛਕ ਆਉਣਾ ਹੈ। ਮਰਦਾਨੇ ਤੂੰ ਜਾਹੇ ਸੰਗਾਰੇ, ਆਵਤ ਲਾਲੋ ਲਿਹੋ ਹਕਾਰੇ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ ਕਿ ਮਰਦਾਨਿਆ, ਤੂੰ ਵੀ ਇਹਨਾਂ ਸੰਤਾਂ ਦੇ ਨਾਲ ਜਾਣਾ ਕਰ, ਤੇ ਰਸਤੇ ਦੇ ਵਿੱਚ ਆਉਂਦਾ ਹੋਇਆ ਮੇਰਾ ਇੱਕ ਕੰਮ ਕਰੀ ਆਈ, ਕਿ ਜਿਹੜਾ ਲਾਲੋ ਹੈ ਨਾ ਪ੍ਰੇਮ ਦੇ ਵਿੱਚ ਭਿੱਜਿਆ ਹੋਇਆ ਸਿੱਖ, ਆਉਂਦਾ ਹੋਇਆ ਉਹਨੂੰ ਆਪਣੇ ਨਾਲ ਲੈ ਕੇ ਆਵੀਂ। ਸ੍ਰੀ ਗੁਰ ਕੀ ਸੁਨ ਕੈ ਅਸ ਆਇਸ, ਮਰਦਾਨਾ ਦਵਾ ਸੰਤ ਸਿਦਾਇਸ। ਬਸ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਇੰਨੀ ਕਹਿਣ ਦੀ ਢੇਰ ਸੀ ਕਿ ਭਾਈ ਮਰਦਾਨਾ ਜੀ ਝੱਟ ਹੀ ਉਹਨਾਂ ਸੰਤਾਂ ਦੀ ਮੰਡਲੀ ਦੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਚਨ ਮੰਨ ਕੇ ਉੱਥੋਂ ਤੁਰ ਪਏ ਹਨ। ਜਹਾਂ ਪਠਾਨ ਮਹਾਨਨ ਕੀਤਾ, ਗਏ ਤਹਾਂ ਅਨ ਲੈਨੇ ਹੇਤਾ। ਤੇ ਜਿਹੜੇ ਨਗਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਹਨਾਂ ਸੰਤਾਂ ਨੂੰ ਭਾਈ ਮਰਦਾਨੇ ਜੀ ਦੇ ਨਾਲ ਘੱਲਿਆ ਸੀ, ਤੇ ਸਾਧ ਸੰਗਤ ਜੀ ਪਠਾਣਾ ਦਾ ਨਗਰ ਸੀ, ਪਠਾਨ ਰਹਿੰਦੇ ਸਨ, ਬਹੁਤ ਸਾਰੇ ਘਰ ਪਠਾਣਾ ਦੇ ਸਨ। ਹੁਣ ਉੱਥੇ ਉਹ ਸੰਤ ਤੇ ਭਾਈ ਮਰਦਾਨਾ ਜੀ ਭੋਜਨ ਲੈਣ ਚਲੇ ਗਏ ਹਨ। ਜਾਚਨ ਕਰ ਜਾਏ ਜਿਸ ਪਾਹੀ, ਸੁਨਹਿ ਬਹੁਰ ਉੱਤਰ ਦੇ ਨਾਈ। ਤੇ ਜਿਹਦੇ ਘਰ ਦੇ ਵਿੱਚ ਵੀ ਜਾ ਕਰਕੇ ਭੋਜਨ ਦੀ ਮੰਗ ਕਰਦੇ ਨੇ, ਤੇ ਪਠਾਣਾ ਦੀ ਸਾਧ ਸੰਗਤ ਦੀ ਫਿਤਰਤ ਐਸੀ ਬਣੀ ਹੋਈ ਹੈ ਕਿ ਜਦੋਂ ਦੇਖਦੇ ਨੇ ਕਿ ਕੋਈ ਸਾਡੇ ਦਰ ਤੇ ਭੋਜਨ ਮੰਗਣ ਆਇਆ ਹੈ, ਤੇ ਕੀ ਕਰਦੇ ਨੇ ਸਾਧ ਸੰਗਤ ਜੀ? ਕਿਸੇ ਤਰ੍ਹਾਂ ਦਾ ਕੋਈ ਵੀ ਉੱਤਰ ਉਹਨਾਂ ਸੰਤਾਂ ਨੂੰ ਨਹੀਂ ਦੇਣਾ ਕਰਦੇ। ਜਹਾਂ ਪਠਾਨ ਮਹਾਨਨ ਕੀਤਾ, ਜਾਚਤ ਫਿਰੇ ਤਹਾਂ ਪੁਨ ਐਨਾ। ਤੇ ਜਿਹੜੇ ਉਸ ਨਗਰ ਦੇ ਵਿੱਚ ਸ਼ਰਾਬੀ ਪਠਾਨ ਸਨ, ਉਹਨਾਂ ਸੰਤਾਂ ਨੂੰ ਦੇਖ ਕੇ ਸਾਧ ਸੰਗਤ ਜੀ ਕੋੜੇ ਬੋਲ ਬੋਲਦੇ ਨੇ, ਤੇ ਜਿੱਥੇ ਵੀ ਉਹ ਘਰਾਂ ਦੇ ਵਿੱਚ ਜਾ ਕਰਕੇ ਸੰਤ ਮੰਗ ਰਹੇ ਹਨ, ਪਰਵੇਸ਼ੇ ਇਕ ਨਕੀਤ ਕੇ ਮਾਹੀ, ਜਾਚਿਓ ਅਨ ਜਾਏ ਤੇ ਪਾਈ। ਉਹ ਸਾਰੇ ਸੰਤ ਉਸ ਨਗਰ ਦੇ ਇੱਕ ਘਰ ਦੇ ਵਿੱਚ ਜਾ ਪੁੱਜੇ ਨੇ, ਤੇ ਸਾਧ ਸੰਗਤ ਜੀ ਉਸ ਘਰ ਦੇ ਵਿੱਚ ਜਾ ਕਰਕੇ ਉਹਨਾਂ ਸੰਤਾਂ ਨੇ ਤੇ ਭਾਈ ਮਰਦਾਨਾ ਜੀ ਨੇ ਕੀ ਕੀਤਾ ਏ? ਉਹਨਾਂ ਘਰ ਵਾਲਿਆਂ ਦੇ ਪਾਸੋਂ ਇੱਕ ਜਿਹੜੀ ਮੰਗ ਹੈ ਉਹ ਰੱਖੀ। ਉਹ ਕੀ ਹੈ? ਭੋਜਨ ਛਕਣ ਦੀ। ਦਇਓ ਨ ਕਛਨੈ ਬੋਲੇ ਬਾਨੀ, ਤੇ ਛਿਨ ਆਵਾ ਇਕ ਮਦ ਪਾਨੀ। ਤੇ ਜਿਹੜੇ ਘਰ ਦੇ ਵਿੱਚ ਉਹ ਸੰਤ ਸਾਧ ਸੰਗਤ ਜੀ ਬੈਠੇ ਨੇ, ਉਸ ਘਰ ਵਾਲਿਆਂ ਨੇ ਉਹਨਾਂ ਸੰਤਾਂ ਨੂੰ ਤੇ ਭਾਈ ਮਰਦਾਨਾ ਜੀ ਨੂੰ ਕੁਝ ਵੀ ਨਹੀਂ ਦਿੱਤਾ। ਉਲਟਾ ਉਸ ਘਰ ਦੇ ਵਿੱਚ ਇੱਕ ਸ਼ਰਾਬੀ ਉਹਨਾਂ ਸੰਤਾਂ ਨੂੰ ਦੇਖ ਕੇ ਆਇਆ ਹੈ। ਮਰਦਾਨੇ ਕੋ ਦੀਨਤ ਕਿਲਾ, ਬਹੁ ਬਲ ਸੋ ਤਰਣੀ ਪੁਰ ਮੇਲਾ। ਤੇ ਜਦੋਂ ਸਾਧ ਸੰਗਤ ਜੀ ਮਰਦਾਨੇ ਨੂੰ ਆਪਣੇ ਘਰ ਦੇ ਵਿੱਚ ਬੈਠੇ ਹੋਏ ਦੇਖਿਆ ਉਸ ਸ਼ਰਾਬੀ ਨੇ, ਤੇ ਸ਼ਰਾਬ ਦੇ ਨਸ਼ੇ ਦੇ ਵਿੱਚ ਇੰਨਾ ਮਸਤ ਹੈ ਕਿ ਭਾਈ ਮਰਦਾਨਾ ਜੀ ਨੂੰ ਜਦੋਂ ਆਪਣੇ ਘਰ ਦੇ ਵਿੱਚ ਬੈਠੇ ਦੇਖਿਆ ਹੈ, ਕਵੀ ਜੀ ਲਿਖਦੇ ਨੇ ਇੰਨੇ ਜ਼ੋਰ ਦੇ ਨਾਲ ਧੱਕਾ ਮਾਰਿਆ ਭਾਈ ਮਰਦਾਨਾ ਜੀ ਨੂੰ
कि भाई मर्दाना जी जिस स्थान ते बैठे ने उस स्थान तो थले डिग पए हन। चोट लगी पाई तन पीरा, पुर तज चले तुरंत प्रभ तीरा। हुण मर्दाना साध संगत जी संसारी गुरु सी। मर्दाना जिहड़ा वो संसारी यार सी, पर गुरु नानक देव जी महाराज वो सरी परमात्मा दा रूप सा। गुरु नानक देव जी महाराज दी तां गल नूं जर लैंदे सन, पर भाई मर्दाना जी नूं जदों साध संगत जी उस शराबी ने धक्का मारिया है ना, ते की कीता है, वो जिहड़ा भाई मर्दाना उस स्थान ते बैठा होया है, वो चट उस स्थान तो उठ करके ते गुरु नानक देव जी महाराज जिस स्थान ते बैठे हुए ने, साध संगत जी उस स्थान ते भाई मर्दाना जी जा करके बैठ गए हन। लालो को बुलाए निज साथा, आए जय बैठे जगन्नाथा। ते गुरु नानक देव जी महाराज जी ने भाई मर्दाना जी नूं बचन करके घल्लिया सी ना, हुण ओह बचन भाई मर्दाना जी ने मन्निया है, ते बचन मन के भाई लालो जी नूं अपने नाल ले आंदा है। ते जिथे गुरु नानक देव जी महाराज बैठे हुए ने, उस स्थान ते भाई बाला जी ते नाल उन्हां दे भाई लालो जी आ गए हन। पुरजे दाने कछुक त्यारी, ले सो लालो तरे अगारी। ते साध संगत जी लालो ने थोड़े जे भुजे हुए जिहड़े दाने उहदे घर दे विच पए हुए सन, वो थोड़े जे दाने अपने स्थान तो चुक के ते साध संगत जी पल्ले बन्ने ने, ते गुरु नानक देव जी महाराज जिथे बैठे ने उस स्थान ते जा करके रख दिते हन। पायन पास उपायन करके, कहे जोर कर सिर धर धर के। ते गुरु नानक देव जी महाराज जी दे चरना ते शीस भेट करके ते साध संगत जी इन्नी निमरता दे घर दे विच आया है कि ओ दाने गुरु नानक देव जी महाराज जी दे चरना दे विच भेट कर दिते हन। कहन लगा बीत्यो चिर काला, रावर दर्शन दीन दयाला। ते दाने रखदियां सार ओ भाई लालो बचन करन लगा है कि हे दीना उपर दया करन वाले दीनानाथ, सुखां दी प्राप्ति दिवाउण वाले सुखां दे गुरु, आप जी दे दर्शन कीतियां नूं बहुता समा होया सी। कुशल प्रश्न कर कै संग ताही, बैठा रहो प्रभु आपन पाई। ते गुरु नानक देव जी महाराज जी ने भाई लालो जी तो सुख सांध पुछी है। सुख सांध पुछ करके ते गुरु नानक देव जी महाराज जी ने भाई लालो जी नूं अपने पास बिठाउणा कीता। बाहरो दो संत सो पूछे, किस बिद हट आए तुम शूशे। ते हुण गुरु नानक देव जी महाराज जी ने जदों भाई लालो जी दे नाल गलबात मुकाई है, ते जेड़े संत भाई मर्दाना जी दे नाल गए सन, उन्हां संतां नूं पुछिया ए कि की गल तुसी खाली हाथी परत आए हो, नगर दे विचों तुहानूं कुछ भी प्राप्त नहीं होया। सुनत फकीरन सरब बताई, मर्दाने की चोट दिखाई। ते साध संगत जी उन्हां संतां ने सारा हाल गुरु नानक देव जी महाराज जी ने पिंड दे लोकां दा दसना कीता है। उन्हां पठाणां दी करतूत है जिहड़ी वो दसनी कीती है, ते नाल ही जेड़े संत साध संगत जी भाई मर्दाना जी दे गए सन, उन्हां संतां ने जिहड़ी उस पठान द्वारा धक्का दिता होया सट लगी सी ना भाई मर्दाना जी दे,
ਉਹ ਸੱਟ ਉਹਨਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਦਿਖਾਈ ਹੈ। ਪਾਮਰ ਪੁਰਖ ਰਹਾ ਪੁਰ ਮਾਹੀ, ਹਰ ਸੰਤਨ ਜੈ ਆਦਰ ਨਾਹੀ। ਹੁਣ ਕਵੀ ਜੀ ਲਿਖਦੇ ਨੇ ਕਿ ਉਸ ਅਸਥਾਨ ਦੇ ਵਿੱਚ, ਉਸ ਨਗਰ ਦੇ ਵਿੱਚ ਜਿਹੜੇ ਪਠਾਨ ਨੇ, ਭਾਵ ਕਿ ਨੀਚ ਬਿਰਤੀ ਦੇ ਲੋਕ ਰਹਿੰਦੇ ਸਨ, ਤੇ ਨੀਚ ਬਿਰਤੀ ਦੇ ਕਾਰਨ ਉਹਨਾਂ ਨੂੰ ਸੰਤਾਂ ਦੀ ਕੋਈ ਮਹਿਮਾ ਦਾ ਪਤਾ ਨਹੀਂ ਸੀ, ਸੰਤਾਂ ਦੀ ਮਹਿਮਾ ਬਾਰੇ ਨਹੀਂ ਸਨ ਜਾਣਦੇ। ਉਲਟਾ ਉਹਨਾਂ ਦੇ ਨਾਲ ਕੀ ਹੈ, ਮਖੌਲ ਕਰਦੇ ਸਨ। ਸੇਵਾ ਕਰਨੀ ਰਹੀ ਸੁਰੀਤੀ, ਬੇਮੁਖ ਦੇ ਦੁੱਖ ਕੇ ਵਿਪਰੀਤੀ। ਤੇ ਕਵੀ ਜੀ ਲਿਖਦੇ ਨੇ ਉਹਨਾਂ ਦੇ ਪਾਸ ਸੇਵਾ ਕਰਨ ਦਾ ਕੋਈ ਵੀ ਰਿਵਾਜ ਨਹੀਂ ਸੀ। ਉਲਟਾ ਜਿਹੜਾ ਵੀ ਕੋਈ ਉਹਨਾਂ ਦੇ ਨਗਰ ਦੇ ਵਿੱਚ ਜਾਂਦਾ ਸੀ, ਜਾਂ ਜਿਹੜਾ ਵੀ ਉਹਨਾਂ ਦੇ ਪਾਸ ਜਾ ਕਰਕੇ ਬੈਠਦਾ ਸੀ, ਉਹ ਆਦਰ ਕਰਨ ਦੀ ਬਜਾਏ ਕੀ ਕਰਦੇ ਸਨ, ਉਸ ਮਨੁੱਖ ਦੀਆਂ ਮਖੌਲਾਂ ਉਡਾਉਂਦੇ ਸਨ। ਸੁਨਤ ਅਵਗਿਆ ਸੰਤਨ ਕੇਰੀ, ਰਿਸ ਉਪਜੀ ਮਨ ਮਾਏ ਕਨੇਰੀ। ਤੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਹਨਾਂ ਸੰਤਾਂ ਦੇ ਪਾਸੋਂ ਸਾਧ ਸੰਗਤ ਜੀ ਇਹ ਬਚਨ ਸੁਣੇ ਨੇ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਮਨ ਦੇ ਵਿੱਚ ਸਾਧ ਸੰਗਤ ਜੀ ਕਹਿੰਦੇ ਬਹੁਤ ਜ਼ਿਆਦਾ ਕ੍ਰੋਧ ਆਇਆ ਹੈ। ਤੇ ਛਿਨ ਲਾਲੋ ਸਨ ਮੁਖ ਬਸਾ, ਤੇ ਸੋ ਕਹਿਓ ਸ਼ਬਦ ਮੁਖ ਐਸਾ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਾਹਮਣੇ ਉਹਨਾਂ ਦਾ ਅਨੰਨ ਸੇਵਕ ਭਾਈ ਲਾਲੋ ਜੀ ਬੈਠਾ ਹੋਇਆ ਸੀ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਈ ਲਾਲੋ ਜੀ ਨੂੰ ਦੇਖ ਕਰਕੇ ਤੇ ਸਾਧ ਸੰਗਤ ਦੀ ਉਲਟੀ ਗੱਲ ਜਿਹੜੀ ਉਹ ਕਰਨੀ ਕੀਤੀ, ਭਾਵ ਕੇ ਮੂੰਹੋਂ ਬਚਨ ਕੀਤੇ ਹਨ। ਜਿਹ ਤੇ ਦੁਸ਼ਟ ਪਠਾਨ ਕੁਚਾਲੇ, ਮਰੈ ਪਾਏ ਕੈ ਕਸ਼ਟ ਵਿਸਾਲੇ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਨੇ ਕਿ ਇਹ ਜਿਹੜਾ ਨਗਰ ਹੈ, ਇਹਦੇ ਵਿੱਚ ਬੱਦ ਚੱਲਣ ਜਿਹੜੇ ਪਠਾਨ ਨੇ ਉਹ ਰਹਿੰਦੇ ਨੇ, ਉਹਨਾਂ ਦੀ ਬੱਦ ਚੱਲਣੀ ਦਾ ਪਤਾ ਲੱਗਾ ਏ, ਤੇ ਹੁਣ ਉਹ ਕੀ ਹੈ, ਕਸ਼ਟ ਪਾ ਕੇ ਮਰਨਗੇ। ਤਿਨ ਕੀ ਸਫਾ ਉਠਾਵਣ ਹੇਤੂ, ਬੋਲੇ ਬਚ ਬੇਦੀ ਕੁਲ ਕੇਤੂ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਾਧ ਸੰਗਤ ਜੀ ਉਸ ਅਸਥਾਨ ਤੇ ਇੱਕ ਬਚਨ ਉਚਾਰਿਆ ਉਹਨਾਂ ਪਠਾਨਾਂ ਦੇ ਪ੍ਰਤੀ, ਜਿਹੜੇ ਕਿਸੇ ਦਾ ਸਤਿਕਾਰ ਨਹੀਂ ਕਰਦੇ, ਉਲਟਾ ਮਖੌਲ ਉਡਾਉਂਦੇ ਨੇ। ਤੇ ਭਾਈ ਲਾਲੋ ਜੀ ਨੂੰ ਸਨਮੁਖ ਬੈਠੇ ਹੋਏ ਇਹ ਸ਼ਬਦ ਸਾਧ ਸੰਗਤ ਜੀ ਦੱਸ ਰਹੇ ਨੇ। ਉਹ ਸ਼ਬਦ ਕਿਹੜਾ ਏ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤਸੜਾ ਕਰੀ ਗਿਆਨ ਮੈਂ ਲਾਲੋ। ਪਾਪ ਕੀ ਜਨ ਲੈ ਕਾਬਲ ਤਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਹੁਣ ਜਿਹੜੀ ਗੱਲ ਉਸ ਨਗਰ ਦੇ ਵਿੱਚ ਫੈਲੀ ਹੋਈ ਸੀ, ਉਸ ਗੱਲ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਅਗਲੀਆਂ ਤੁਕਾਂ ਦੇ ਵਿੱਚ ਭਾਈ ਲਾਲੋ ਜੀ ਨਾਲ ਦੱਸ ਰਹੇ ਨੇ। ਉਹ ਕੀ ਨੇ, ਸਰਮ ਧਰਮ ਦੋਏ ਛਪ ਖਲੋਏ, ਕੂੜ ਫਿਰੈ ਪਰਦਾਨ ਵੇ ਲਾਲੋ। ਕਾਜੀਆ ਬਾਮਣਾ ਕੀ ਗਲ ਥਕੀ, ਅਗਦ ਪੜੈ ਸੈਤਾਨ ਵੇ ਲਾਲੋ। ਮੁਸਲਮਾਨੀਆਂ ਪੜ੍ਹ ਕਤਿਬਾ, ਕਸ਼ਟ ਮੈਂ ਕਰਹਿ ਖੁਦਾਏ ਵੇ ਲਾਲੋ। ਜਾਤ ਸੁਨਾਤੀ ਹੋਰ ਹੈ ਦਵਾਣੀਆਂ, ਇਹ ਵੀ ਲਿਖੇ ਲਏ ਵੇ ਲਾਲੋ। ਖੂਨ ਕੇ ਸੁਹਲੇ ਗਾਵੀ ਆਏ ਨਾਨਕ, ਰਤ ਕਾ ਕੁੰਗੂ ਪਾਏ ਵੇ ਲਾਲੋ।
ਇਹ ਸਾਰਾ ਸ਼ਬਦ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਈ ਲਾਲੋ ਜੀ ਨੂੰ ਸਨਮੁਖ ਬੈਠੇ ਹੋਏ ਸਾਧ ਸੰਗਤ ਜੀ ਸੁਣਾਉਣਾ ਕੀਤਾ। ਚਾਪਈ ਇਸ ਕੋ ਕਰਹੁ ਅਰਥ ਬਖਾਣਾ, ਸੁਨੀਏ ਸ਼ਰੋਤਾ ਦੇ ਕਰ ਕਾਣਾ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸ ਰਹੇ ਨੇ ਕਿ ਮੈਂ ਤੁਹਾਨੂੰ ਇਸ ਸ਼ਬਦ ਦੇ ਅਰਥ ਕਰਕੇ ਦੱਸਦਾ ਹਾਂ ਤੇ ਤੁਸੀਂ ਇਸ ਸ਼ਬਦ ਦੇ ਅਰਥ ਕੀ ਹੈ ਸੁਰਤੀਆਂ ਬਿਰਤੀਆਂ ਭਾਵ ਕਿ ਆਪਣੇ ਕੰਨਾਂ ਦੇ ਨਾਲ ਸੁਣਨਾ ਕਰੋ। ਲਾਲੋ ਸੋ ਗੁਰ ਗਿਰਾ ਅਲਾਏ, ਐਸੇ ਨੈ ਮਨ ਮੈਂ ਤੂੰ ਲਿਆਏ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਲਾਲੋ ਨੂੰ ਕਿਹਾ ਹੈ, ਲਾਲੋ ਆ ਜਿਹੜੇ ਮੈਂ ਅਰਥ ਦੱਸਣ ਲੱਗਾ ਨਾ ਇਹ ਤੂੰ ਆਪਣੇ ਮਨ ਦੇ ਵਿੱਚ ਨਾ ਲਿਆਉਣੇ ਕਰੀ, ਭਾਵ ਕਿ ਇਹਨਾਂ ਨੂੰ ਤੂੰ ਆਪਣੇ ਮਨ ਦੇ ਵਿੱਚ ਨਹੀਂ ਵਸਾਉਣਾ। ਸ਼ਰਾਪ ਦੇਤ ਰੂਸ ਮਨ ਕੀਨੇ, ਸਾਹਿਬ ਕੀ ਆਇਸ ਹੀ ਚੀਨਾ। ਤੇ ਕਹਿਣ ਲੱਗੇ ਨੇ ਕਿ ਲਾਲੋ ਇਹ ਮੈਂ ਕ੍ਰੋਧ ਦੇ ਵਿੱਚ ਆ ਕਰਕੇ ਤੇ ਇੱਕ ਸਰਾਫ ਦਿੱਤਾ ਹੈ ਤੇ ਇਹ ਤੂੰ ਐਵੇਂ ਨਾ ਜਾਣੀ, ਇਹ ਪ੍ਰਮਾਤਮਾ ਦਾ ਹੁਕਮ ਮੰਨਣਾ ਕਰ। ਜਯੋ ਵਾਹਿਗੁਰੂ ਕਰਤਰ ਜਾਏ, ਤੈਸੇ ਹੀ ਮੈਂ ਕਰਤ ਬਣਾਈ। ਤੇ ਜਿਵੇਂ ਮੈਨੂੰ ਵਾਹਿਗੁਰੂ ਅਕਾਲ ਪੁਰਖ ਦੀ ਆਗਿਆ ਹੋਈ ਹੈ ਮੈਂ ਤਿਵੇਂ ਉਸ ਅਕਾਲ ਪੁਰਖ ਦੀ ਆਗਿਆ ਦੇ ਅਨੁਸਾਰ ਇਹ ਸਾਰੀ ਬਾਣੀ ਜਿਹੜੀ ਉਹ ਉਚਾਰ ਰਿਹਾ ਹਾਂ। ਲੋਕਣ ਇਹਾ ਪਾਪ ਜੋ ਕੀਨਾ, ਸੋ ਕਾਬਲ ਮੈਂ ਤਨ ਧਰ ਲੀਨਾ। ਜਿਹੜੇ ਇੱਥੇ ਲੋਕਾਂ ਨੇ ਪਾਪ ਕੀਤੇ ਨੇ, ਲੋਕਾਂ ਦੇ ਉੱਪਰ ਜ਼ੁਲਮ ਕਮਾਇਆ ਹੈ, ਉਹਨਾਂ ਸਾਰੇ ਕਹਿੰਦੇ ਉਹ ਮੁਗਲ ਨੇ ਜਿਹੜੇ ਉਹਨਾਂ ਨੇ ਕਾਬਲ ਦੇ ਵਿੱਚ ਜਿਹੜਾ ਸਰੀਰ ਉਹ ਧਾਰਨ ਕਰ ਲਿਆ ਹੈ। ਆਗ ਕੋ ਫਲ ਦੁਖ ਦੇਹ ਕਨੇਰਾ, ਬਿਨ ਦੀਨ ਨ ਹੋਏ ਨਬੇਰਾ। ਤੇ ਜਿਹੜੇ ਮੁਗਲ ਉੱਥੇ ਪੈਦਾ ਹੋਏ ਨੇ ਉਹ ਲੋਕਾਂ ਨੂੰ ਕਸ਼ਟ ਦੇਣਗੇ, ਭਾਵ ਕਿ ਲੋਕਾਂ ਨੂੰ ਸੁੱਖ ਦੀ ਪ੍ਰਾਪਤੀ ਨਹੀਂ ਕਰਵਾਉਣਗੇ, ਉਲਟਾ ਲੋਕਾਂ ਤੇ ਜ਼ੁਲਮ ਕਰਨਗੇ ਤੇ ਬਿਨਾਂ ਡੰਡ ਦਿੱਤਿਆਂ ਉਹਨਾਂ ਦਾ ਨਬੇੜਾ ਜਿਹੜਾ ਉਹ ਨਹੀਂ ਹੋ ਸਕਦਾ, ਭਾਵ ਕਿ ਮਨ ਦੀ ਤ੍ਰਿਪਤੀ ਨਹੀਂ ਹੋ ਸਕਦੀ। ਦੋਹਰਾ ਮੁਗਲ ਰੂਪ ਧਰ ਆਵਈ, ਮੰਗਹਿ ਬਲ ਸੋਦਾਣਾ। ਤੇ ਜਿਹੜਾ ਬਾਬਰ ਹੈ ਉਹ ਮੁਗਲਾਂ ਦਾ ਰੂਪ ਧਾਰਨ ਕਰਕੇ ਆਵੇਗਾ ਤੇ ਆਪਣੀ ਸ਼ਕਤੀ ਦੇ ਨਾਲ ਪੰਜਾਬ ਦੇ ਉੱਪਰ ਲੁੱਟ ਖਸੁੱਟ ਕਰੇਗਾ। ਪਰ ਸਾਧ ਸੰਗਤ ਜੀ ਬਾਬਰ ਨੇ 4 ਹਮਲੇ ਕੀਤੇ ਨੇ ਪੰਜਾਬ ਤੇ, ਪਰ 4 ਹਮਲਿਆਂ ਦੇ ਵਿੱਚ ਹੀ ਉਹਨੂੰ ਹਾਰ ਖਾਣੀ ਪਈ ਬਾਬਰ ਨੂੰ। ਆਪਾਂ ਪੜ੍ਹਦੇ ਆ ਨਾ ਗੁਰਬਾਣੀ ਦੇ ਵਿੱਚ ਜ਼ਿਕਰ ਹੁੰਦਾ ਕਿ 4 ਹਮਲੇ ਬਾਬਰ ਨੇ ਕੀਤੇ ਨੇ, ਪਰ 4 ਦੇ ਵਿੱਚ ਹੀ ਸਾਧ ਸੰਗਤ ਜੀ ਉਹਨੂੰ ਹਾਰ ਦਾ ਮੂੰਹ ਦੇਖਣਾ ਪਿਆ। ਹੁਣ ਇਹ ਭਵਿੱਖਬਾਣੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪਹਿਲਾਂ ਹੀ ਕਰ ਦਿੱਤੀ ਕਿ ਆਵਣ 78 ਜਾਨ 97, ਭਾਵ ਕਿ 78 ਦੇ ਵਿੱਚ ਬਾਬਰ ਦਾ ਜਨਮ ਹੋਵੇਗਾ ਆਵੇਗਾ ਤੇ 97 ਦੇ ਵਿੱਚ ਕੀ ਹੈ ਉਹ ਆਪਣੀ ਆਯੂ ਭੋਗ ਇੱਥੋਂ ਚਲ ਜਾਵੇਗਾ। ਇਹ ਬਚਨ ਪਹਿਲਾਂ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਕਰ ਦਿੱਤੇ ਸਨ। ਇਸੇ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ ਕਿ ਜਿਹੜਾ ਬਾਬਰ ਹੈ ਉਹ ਮੁਗਲਾਂ ਦਾ ਰੂਪ ਧਾਰਨ ਕਰਕੇ ਆਵੇਗਾ ਤੇ ਪੰਜਾਬ ਦੇ ਉੱਪਰ ਕੀ ਹੈ ਲੁੱਟ ਖਸੁੱਟ ਕਰੇਗਾ। ਸਰਮ ਤਰਮ ਕਲ ਕਾਲ ਮਹੇ, ਭਈ ਸਰਬ ਕੀ ਗਾਨਾ। ਤੇ ਆਪਣੇ ਧਰਮ ਨੂੰ ਨਹੀਂ ਮੰਨੇਗਾ, ਭਾਵ ਕਿ ਆਪਣੇ ਧਰਮ ਨੂੰ ਭੁਲਾ ਕੇ ਕਲਯੁਗ ਦੇ ਵਿੱਚ ਕੀ ਹੈ ਪਾਪ ਕਮਾਵੇਗਾ ਲੋਕਾਂ ਤੇ। ਚਾਉ ਪਈ
मंत्री फिर कूर अब होए, पुन काजी दिस बर सोए। ते सारे पासे जिहड़े काजियां दा न्याय सी वो नहीं होवेगा। सारे पासे झूठ दा बोल बाला जिहड़ा वो फैल जावेगा। सारे लोग झूठ दे अधीन होके चलणगे। तिन को कहियो न माना कोई, करहि निकाह शैतानी सोई। ते काजी बामणा दी कोई भी गल नहीं मनेगा। काजियां दे कोलों कोई भी निकाह नहीं करवाउणा करेगा। ਜਿਹੜੇ उस समय दे शैतान होणगे ਉਹੀ ਉਹਨਾਂ ਇਸਤਰੀਆਂ ਦੇ ਭਾਵ ਕਿ ਲੜਕੀਆਂ ਦੇ ਨਿਕਾਹ ਕਰਾਉਣਗੇ। ਆਂਗਣਾ ਸੁੰਦਰ ਦੇਖ ਲੋ ਭਾਏ, ਬਲ ਸੋ ਭੋਗਹਿ ਲੇਹ ਮਗਾਏ। ਤੇ ਸੋਹਣੀਆਂ ਇਸਤਰੀਆਂ ਨੂੰ ਦੇਖ ਕੇ ਲਲਚਾਉਣਗੇ ਤੇ ਇਸਤਰੀਆਂ ਦੇ ਪ੍ਰਤੀ ਮਨ ਦੇ ਵਿੱਚ ਕੋਈ ਵੀ ਉਹਨਾਂ ਲੋਕਾਂ ਦੇ ਦਇਆ ਨਹੀਂ ਹੋਵੇਗੀ। पढ़े कतेबा मुसलमानी, कहा खुदाए सरब मैं जानी। ते साध संगत जी जिहड़े मुसलमान लोग ने, गुरु नानक देव जी महाराज कह रहे ने कि वो कुरान पढ़नगे ਅਤੇ ਸਾਰਿਆਂ ਦੇ ਵਿੱਚ ਕੀ ਹੈ, ਇੱਕੋ ਖੁਦਾ ਨੂੰ ਜਾਣਨਗੇ। देत गरीबन कौ दुख भारी, तेह को फल हुए कष्ट अपारी। हाकम लोग ਜਿਹੜੇ ਮੁਗਲ ਲੋਕ ਨੇ ਉਹ ਲੋਕਾਂ ਦੇ ਉੱਪਰ ਕਸ਼ਟ ਕਰਨਗੇ, ਦੁਖੀ ਹੋਣਗੇ ਤੇ ਨਤੀਜੇ ਦੇ ਵੱਲੋਂ ਕੀ ਹੈ, ਉਹਨਾਂ ਨੂੰ ਜਿਹੜਾ ਆਪਣਾ ਦੁੱਖ ਹੈ ਉਹ ਭੋਗਣਾ ਪਵੇਗਾ। जबर मार पर हे तिन ताई, हे खुदाए क्या कर अलाई। ते जदों उन्हां मुगलों ते आन करके दुख भारू होवेगा, जदों उन्हां मुगलों ते दुख पवेगा ते फिर की है वो उस अकाल पुरख नूं याद करनगे, भाव के उस परमात्मा नूं अपने खुदाए नूं याद करनगे कि हुण असी की करिए। दोहरा नीच जात पुन हिंदुनी, गह मंगवावै सोई। ते जिन्ने भी नीवी अते उच्ची जात दे हिंदू होणगे ਉਹ ਸਾਰੇ ਮੁਗਲ ਆਪਣੀ ਕੈਦ ਦੇ ਵਿੱਚ ਫੜ ਲੈਣਗੇ। ਗਾਏ ਖੂਨ ਕੇ ਸੋਹਲੇ, ਰਤ ਕਾ ਕੁੰਗੂ ਹੋਏ। ਤੇ ਲਹੂ ਦਾ ਜਿਹੜਾ ਸਾਸਨ ਜੀ ਕੇਸਰ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ ਕਿ ਇੰਨਾ ਪਾਪ ਹੋਵੇਗਾ ਉਹਨਾਂ ਮੁਗਲਾਂ ਦਾ ਕਿ ਲਹੂ ਦਾ ਕੇਸਰ ਉਸ ਸਥਾਨ ਤੇ ਛਿੜਕਿਆ ਜਾਵੇਗਾ ਤੇ ਉਹ ਖੂਨ ਦੇ ਜਿਹੜੇ ਗੀਤ ਨੇ ਉਹ ਗਾਉਣਗੇ। ਇਹ ਸਾਧ ਸੰਗਤ ਜੀ ਐਮਨਾਬਾਦ ਦੀ ਗੱਲ ਹੈ, ਜਿਹਨੂੰ ਸੈਦਪੁਰ ਵੀ ਆਖਿਆ ਜਾਂਦਾ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲਾਂ ਐਮਨਾਬਾਦ ਵਿੱਚ ਭਾਈ ਲਾਲੋ ਜੀ ਦੇ ਕੋਲ ਗਏ ਨੇ ਤੇ ਪ੍ਰਸ਼ਾਦਾ ਛਕਿਆ ਹੈ। ਹੁਣ ਉਸੇ ਅਸਥਾਨ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਬਹਿ ਕੇ ਦੱਸ ਰਹੇ ਨੇ ਕਿ ਇੱਥੇ ਮੁਗਲਾਂ ਦਾ ਰਾਜ ਹੋਵੇਗਾ। ਜਿਹੜੇ ਲੋਕਾਂ ਦੇ ਉੱਪਰ ਕਸ਼ਟ ਕਰਨਗੇ, ਕਸ਼ਟ ਦੇ ਨਾਲ ਨਾਲ ਲੁੱਟ ਸੁੱਟ ਵੀ ਕਰਨਗੇ। ਚਾਉ ਪਈ ਲਾਲੋ ਬੈਠੋ ਹੁਤੋ ਅਗਾਰੀ, ਸੁਨ ਬੂਜਨ ਹਿਤ ਗਿਰਾ ਉਚਾਰੀ। ਹੁਣ ਲਾਲੋ ਜਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੱਗੇ ਬੈਠਾ ਏ, ਉਹ ਸਾਧ ਸੰਗਤ ਜੀ ਕੀ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਜਦੋਂ ਗੱਲ ਸੁਣੀ ਹੈ ਤੇ ਗੱਲ ਸੁਣ ਕੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਪੁੱਛਣ ਲੱਗਾ ਹੈ, ਮੁਗਲੇ ਆਵੇ ਕਰ ਹਿਲਰਾਈ, या की वृथा कहो जग आई। ते कहन लगे ने जगत दे साईं,
ਇਹ ਜਿਹੜੇ ਮੁਗਲ ਨੇ ਇਹ ਕਿਸ ਤਰ੍ਹਾਂ ਹਮਲਾ ਕਰਨਗੇ, ਕਿਸ ਤਰ੍ਹਾਂ ਪੰਜਾਬ ਨੂੰ ਲੁੱਟਣਗੇ, ਜਰਾ ਸਾਨੂੰ ਇਹ ਵਿਥਾ ਜਿਹੜੀ ਉਹ ਸੁਣਾਉਣੀ ਕਰੋ। ਕਾਬਲੋ ਰਾਜ ਕਰੈ ਜਗ ਮਾਹੀ, ਪੁਨ ਧਰਤੀ ਤੇ ਸੋ ਕਬ ਜਾਏ। ਤੇ ਕਦੋਂ ਤੱਕ ਮੁਗਲਾਂ ਦਾ ਇਸ ਧਰਤੀ ਤੇ ਰਾਜ ਰਵੇਗਾ, ਤੇ ਕਦੋਂ ਤੱਕ ਇਹ ਰਾਜ ਕਰਕੇ ਇਸ ਧਰਤੀ ਤੋਂ ਵਾਪਸ ਮੁੜਨਗੇ। ਖਾਨ ਮੁਹੰਮਦ ਅੰਦਰ ਵਾਹਵੇ, ਕਰੀ ਅਵਗਿਆ ਤਸ ਫਲ ਪਾਵੇ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਭਾਈ ਲਾਲੋ ਜੀ ਕਹਿ ਰਹੇ, ਕਹਿੰਦਾ ਜਿਹੜੇ ਪਠਾਨ ਨੇ ਇਹ ਤਾਂ ਹਮੇਸ਼ਾ ਸ਼ਰਾਬ ਦੇ ਵਿੱਚ ਅੰਨੇ ਰਹਿੰਦੇ ਨੇ, ਤੇ ਇਹ ਕੀ ਹੈ, ਇੱਕ ਪੰਜਾਬ ਨੂੰ ਲੁੱਟ ਕਰਕੇ ਕੀ ਉਹਦੇ ਉੱਪਰ ਕੋਈ ਜ਼ੁਲਮ ਕਰਨਗੇ ਤੇ ਉਹਦੇ ਵਿੱਚ ਕੁਝ ਰਹਿਣ ਦੇਣਗੇ, ਤੇ ਭਾਵ ਕਿ ਆਪਣੀ ਕੀਤੀ ਦਾ ਫਲ ਇਹਨਾਂ ਨੂੰ ਭੁਗਤਣਾ ਪਵੇਗਾ। ਦੋਹਰਾ ਲਾਲੋ ਤੇ ਸੁਨ ਸ਼੍ਰੋਨ ਮਹੇ, ਪੁਨ ਭਾਖੇ ਬਚ ਕਰੂਰ। ਲਾਲੋ ਦੇ ਇੰਨੇ ਬਚਨ ਕਹਿਣ ਦੀ ਢੇਰ ਹੈ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੇ ਮੁਖ ਤੋਂ ਸਾਧ ਸੰਗੀ ਬਚਨ ਆਖੇ ਹਨ। ਕਹਿ ਤੋ ਜਿਨ ਕੇ ਖਾਨ ਕੀ, ਦਈ ਸਫਾ ਕਰ ਦੂਰ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ ਕਿ ਜਿੰਨਾ ਪਠਾਣਾ ਦੀ ਤੂੰ ਗੱਲ ਕਰਦਾ ਹੈ ਨਾ ਲਾਲੋ, ਉਹਨਾਂ ਸਾਰੇ ਪਠਾਣਾ ਦਾ ਸਫਾਇਆ ਮੁਗਲ ਕਰ ਦੇਣਗੇ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਫਿਰ ਬਾਣੀ ਦੇ ਵਿੱਚ ਉਸ ਲਾਲੋ ਨੂੰ ਸਮਝਾਇਆ ਹੈ। ਸਾਹਿਬ ਕੇ ਗੁਣ ਨਾਨਕ ਗਾਵੇ, ਮਾਸਪੁਰੇ ਵਿੱਚ ਆਖ ਮਸੋਲਾ। ਜਿਨ ਉਪਾਏ ਰੰਗ ਰਵਾਈ, ਬੈਠਾ ਵੇਖ ਵਖ ਅਕੇਲਾ। ਸੱਚਾ ਸੋ ਸਾਹਿਬ ਸਾਚਤ ਪਾਵਸਾ, ਸਚੜਾ ਨਿਆਉ ਕਰੇ ਗੁਮਸੋਲਾ। ਕਾਇਆ ਕਪੜ ਟੁਕ ਟੁਕ ਹੋਸੀ, ਹਿੰਦੁਸਤਾਨ ਸੰਭਾਲ ਸੀ ਬੋਲਾ। ਆਵਨ 78 ਜਾਣ ਸਤਨ ਮੈਂ, ਹੋਰ ਪੀਉਟ ਸੀ ਮਰਦ ਕਾ ਚੇਲਾ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਨਾਏ ਸੀ ਸੱਚ ਕੀ ਬੇਲਾ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹ ਸ਼ਬਦ ਜਦੋਂ ਉਚਾਰਿਆ ਹੈ, ਇਸ ਸਾਰੇ ਸ਼ਬਦ ਦੀ ਸਾਧ ਸੰਗਤ ਜੀ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਵਿਆਖਿਆ ਕੀਤੀ ਹੈ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਹੁਣ ਸਮਝਾਉਣਾ ਕੀਤਾ ਲਾਲੋ ਨੂੰ। ਦੋਹਰਾ ਸ਼੍ਰੀ ਨਾਨਕ ਪੂਰਨ ਪੁਰਖ, ਸਾਹਿਬ ਕੇ ਗੁਣ ਗਾਏ। ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾ ਰਹੇ ਨੇ ਕਿ ਲਾਲੋ, ਜਿਹੜੇ ਪੂਰਨ ਪੁਰਖ ਹੁੰਦੇ ਨੇ, ਜਿਹੜੇ ਉਸ ਪਰਮਾਤਮਾ ਦੇ ਗੁਣ ਗਾਉਂਦੇ ਹਨ, ਦੇਹ ਇਹਨਾਂ ਕੀ ਜੀਅ ਜੋ ਭਿੰਨ ਭਿੰਨ ਹੋਇ ਜਾਏ। ਇਹਨਾਂ ਸਾਰੇ ਪਠਾਨਾਂ ਦੇ ਸਰੀਰ ਆਤਮਾ ਕਰਕੇ ਵੱਖ-ਵੱਖ ਹੋ ਜਾਣਗੇ, ਤੇ ਸਾਰੇ ਆਪਣੀ ਮੂਰਖਤਾ ਕਾਰਨ ਮਰ ਜਾਣਗੇ। ਚਾਉ ਭਈ ਮਾਸਪੁਰੀ ਇਹ ਥਲ ਹੋਏ ਜਾਵੇ, ਇਸ ਬਿਦ ਮਸਲਾ ਕਰ ਦਿਖਰਾਵੇ। ਤੇ ਇਹ ਜਿਹੜੀ ਨਗਰੀ ਐਮਨਾਬਾਦ ਦੀ ਹੈ, ਐਮਨਾਬਾਦ ਦੀ ਥਾਂ ਇੱਥੇ ਮਾਸ ਹੀ ਮਾਸ ਹੋ ਜਾਵੇਗਾ। ਤੇ ਇਸ ਤਰ੍ਹਾਂ ਜਿਹੜਾ ਧਰਮ ਹੈ ਉਹ ਕਿਤੇ ਵੀ ਨਹੀਂ ਇਸ ਸਥਾਨ ਤੇ ਦਿਖਾਈ ਦੇਵੇਗਾ। ਜਿਸਨੇ ਸਰਬ ਜਗਤ ਉਪਜਾਇਓ, ਅਨਕ ਪ੍ਰਕਾਸ਼ ਰੰਗ ਦਿਖਰਾਇਓ।
ਤੇ ਜਿਹੜੇ ਪ੍ਰਮਾਤਮਾ ਨੇ ਇਹ ਸਾਰਾ ਜਗਤ ਪੈਦਾ ਕੀਤਾ ਹੈ ਨਾ, ਜਿਹੜੇ ਪ੍ਰਮਾਤਮਾ ਨੇ ਇਹ ਸਾਰੇ ਜੀਵਾਂ ਦੀ ਹੋਂਦ ਨੂੰ ਬਰਕਰਾਰ ਰੱਖਿਆ ਏ, ਉਸ ਪ੍ਰਮਾਤਮਾ ਨੇ ਕੀਆ ਅਨੇਕੇ ਤਰ੍ਹਾਂ ਦੇ ਜਿਹੜੇ ਇਹ ਖੇਲ ਨੇ ਉਹ ਪ੍ਰਗਟ ਕਰਕੇ ਦਿਖਾਏ ਹਨ। ਤਿਸ ਸਾਹਿਬ ਤੇ ਹੋਏ ਪ੍ਰਤਕੂਲੇ, ਵਿਸ਼ੀਅਨ ਮੈਂ ਫਸ ਸਭ ਸੁਧ ਭੂਲੇ। ਤੇ ਜਿੰਨੇ ਵੀ ਉਹ ਪਠਾਨ ਉਸ ਪ੍ਰਭੂ ਦੀ ਆਗਿਆ ਦੇ ਖਿਲਾਫ ਚੱਲੇ ਨੇ, ਭਾਵ ਕਿ ਉਸ ਪਰਮਾਤਮਾ ਦੇ ਹੁਕਮ ਨੂੰ ਨਹੀਂ ਮੰਨਿਆ, ਉਲਟਾ ਮਨ ਦੀਆਂ ਜਿਹੜੀਆਂ ਵਾਸ਼ਨਾਵਾਂ ਨੇ ਉਹਦੇ ਮਗਰ ਲੱਗ ਕਰਕੇ ਤੇ ਆਪਣੀ ਜ਼ਿੰਦਗੀ ਦੇ ਵਿੱਚ ਪਾਪ ਉਹਨਾਂ ਪਠਾਨਾਂ ਨੇ ਕਰਨੇ ਕੀਤੇ ਹਨ। ਭਿਖੇ ਸੁਨਿਆਰੋ ਹੋਏ ਤਮਾਸ਼ੇ, ਸੱਚਾ ਸਾਹਿਬ ਨੇ ਆਓ ਸੱਚਾ ਸੋ। ਤੇ ਜਿਹੜਾ ਪ੍ਰਮਾਤਮਾ ਉਹਨਾਂ ਦੇ ਕੀਤੇ ਹੋਏ ਪਾਪਾਂ ਨੂੰ ਦੇਖਦਾ ਹੈ ਨਾ, ਤੇ ਜਿਹੋ ਜਿਹੇ ਮਨੁੱਖ ਕਰਮ ਕਰਦਾ ਏ, ਜਿਹੋ ਜਿਹੇ ਕਾਰ ਇਸ ਜਗਤ ਦੇ ਵਿੱਚ ਕਮਾਉਂਦਾ ਏ, ਜਿਸ ਤਰ੍ਹਾਂ ਦੇ ਮਨੁੱਖ ਬੀਜ ਬੀਜਦਾ ਏ, ਉਸੇ ਤਰ੍ਹਾਂ ਦੇ ਉਸ ਮਨੁੱਖ ਨੂੰ ਵੱਢਣੇ ਪੈਂਦੇ ਨੇ। ਤੇ ਪ੍ਰਮਾਤਮਾ ਜਿਹੜਾ ਹੈ ਉਹ ਫਲ ਵੀ ਉਸੇ ਮਨੁੱਖ ਨੂੰ ਉਹਦੀ ਕਰਨੀ ਦੇ ਅਨੁਸਾਰ ਹੀ ਦਿੰਦਾ ਹੈ। ਮਸਲੇ ਮੂਜਬ ਕਰਹਿ ਕੋਈ, ਕਾਇਆ ਕੱਪੜ ਟੁਗ ਟੁਗ ਹੋਈ। ਮੁਗਲਾਂ ਦਾ ਰਾਜ ਬਹੁਤਾ ਸਮਾਂ ਨਹੀਂ ਰਹੇਗਾ, ਸਾਰਾ ਰਾਜ ਟੁਕ ਟੁਕ ਹੋ ਜਾਵੇਗਾ, ਭਾਵ ਕਿ ਟੁਕੜੇ ਟੁਕੜੇ ਹੋ ਜਾਵੇਗਾ। ਜਸ ਅਗ ਕੀਤਾ ਸੁਹ ਦੁਖ ਭਾਰੇ, ਸ਼੍ਰੋਨਤ ਪਰਸੈ ਧਰਨ ਬਜਾਰੀ। ਤੇ ਜਿਹੜੇ ਕੀਤੇ ਹੋਏ ਪਾਪ ਨੇ ਉਹਨਾਂ ਦਾ ਫਲ ਉਹਨਾਂ ਪਠਾਨਾਂ ਨੂੰ ਮਿਲ ਜਾਵੇਗਾ, ਜਿਸ ਕਾਰਨ ਕੀ ਹੈ, ਅਹਿਮਦਾਬਾਦ ਦੀ ਧਰਤੀ ਤੇ ਖੂਨ ਹੀ ਖੂਨ ਜਿਹੜਾ ਉਹ ਹੋਵੇਗਾ। ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਹੁਣ ਅੱਗੇ ਕੀ ਕਰਨਗੇ, ਅੱਗੇ ਗੁਰੂ ਭਾਈ ਲਾਲੋ ਜੀ ਨੂੰ ਦੱਸਣਗੇ ਕਿ ਹਿੰਦੁਸਤਾਨ ਦਾ ਜਿਹੜਾ ਰਾਜ ਭਾਗ ਹੈ ਉਹ ਕਿਹਦੇ ਹੱਥ ਦੇ ਵਿੱਚ ਆਵੇਗਾ, ਕਿਵੇਂ ਉਹ ਰਾਜ ਚੱਲੇਗਾ। ਉਹ ਸਾਧ ਸੰਗਤ ਜੀ ਕੱਲ ਦੇ ਪ੍ਰਸੰਗ ਦੇ ਵਿੱਚ ਆਪਾਂ ਸਰਵਣ ਕਰਾਂਗੇ। ਆਓ ਸੁਰਤੀਆਂ ਬਿਰਤੀਆਂ ਨੂੰ ਕਰੀਏ ਇਕਾਗਰਚਿਤ, ਤੇ ਆਪਾਂ ਸਾਧ ਸੰਗਤ ਜੀ ਸ਼ਬਦ ਉਚਾਰਨਾ ਹੈ, ਕਿਉਂਕਿ ਇਹ ਪਾਪ ਕਰ ਰਹੇ ਨੇ ਨਾ, ਮੁਗਲ ਪਠਾਨ ਵੀ ਪਾਪ ਕਰ ਰਹੇ, ਤੇ ਆਪਾਂ ਸ਼ਬਦ ਕੀ ਉਚਾਰਨਾ ਹੈ। पाप बुरा पापी को प्यारा, पाप बुरा पापी को प्यारा। पाप बुरा पापी को प्यारा, पाप बुरा पापी को प्यारा। पाप बुरा पापी को प्यारा, पाप बुरा पापी को प्यारा। पाप बुरा पापी को प्यारा, पाप बुरा पापी को प्यारा। पापी कर्म कमाव दे, पापी कर्म कमाव दे। पापी कर्म कमाव दे, पापी कर्म कमाव दे। कर दे हाय हाय, कर दे हाय हाय। कर दे हाय हाय, कर दे हाय हाय।
ਨਾਨਕ ਜਿਉ ਮਥਨ ਮਦਾਣੀਆਂ, ਨਾਨਕ ਜਿਉ ਮਥਨ ਮਦਾਣੀਆਂ। ਤਿਉ ਮੱਥੇ ਤ੍ਰਮ ਰਾਏ, ਤਿਉ ਮੱਥੇ ਤ੍ਰਮ ਰਾਏ। ਤਿਉ ਮੱਥੇ ਤ੍ਰਮ ਰਾਏ, ਤਿਉ ਮੱਥੇ ਤ੍ਰਮ ਰਾਏ। पाप बुरा पापी को प्यारा, पाप बुरा पापी को प्यारा। पाप बुरा पापी को प्यारा, पाप बुरा पापी को प्यारा। प्यारा पाप बुरा पापी को प्यारा। वाहिगुरु जी का खालसा, वाहिगुरु जी की फतेह।